एक वैश्या, एक कोठे वाली ਜਿਹਦੇ कोठे ਦੇ लोग नाच रंग तमाशा देखण ਜਾਂਦੇ ਸੀ। ਕਹਿੰਦੇ ਕਿ ਵੈਸ਼ਿਆ ਨੂੰ ਪੈਸਾ ਦੇ ਕੇ ਤਿਆਰ ਕੀਤਾ ਕਿ ਜਦੋਂ ਖੁਤਬਾ ਹੋਏਗਾ ਨਾ ਇਹਨਾਂ ਦਾ, ਉਸਲੇ ਲੱਖਾਂ ਹੀ ਇਹਨਾਂ ਨੂੰ ਮੰਨਣ ਵਾਲੇ ਇਹਨਾਂ ਦੇ ਕੋਲ ਇਕੱਠੇ ਹੁੰਦੇ ਆ। ਤਾਂ ਬਸ ਉਹਨੂੰ ਸਿਖਾ ਪੜ੍ਹਾ ਦਿੱਤਾ ਕਿ ਇੰਨਾ ਪੈਸਾ ਤੈਨੂੰ ਹੁਣ ਪਹਿਲਾਂ ਦੇ ਦਿੱਤਾ, ਤਾਂ ਇੰਨਾ ਪੈਸਾ ਕੰਮ ਹੋਣ ਤੋਂ ਬਾਅਦ। ਹੁਣ ਵੈਸ਼ਿਆ ਦਾ ਕੰਮ ਹੀ ਹੁੰਦਾ ਪੈਸੇ ਦੀ ਖਾਤਰ ਸਭ ਕੁਝ ਕਰਨਾ। ਐਨ ਸਿਖਾ ਪੜ੍ਹਾ ਕੇ ਕਹਿੰਦੇ ਫਕਰ ਜਹਾਂ ਦੇਲਵੀ, ਜਿੱਥੇ ਜਾਮਾ ਮਸਜਿਦ ਮੈਂਬਰ ਤੇ ਖੁਤਬਾ ਕਰ ਰਹੇ ਸੀ, ਉੱਥੇ ਭੇਜ ਦਿੱਤਾ ਉਹਨੂੰ। ਹੁਣ ਜਦੋਂ ਉਹਨਾਂ ਦਾ ਖੁਤਬਾ ਸਮਾਪਤ ਹੋਇਆ ਔਰ ਉਹ ਮੈਂਬਰ ਤੋਂ ਉਤਰਨ ਲੱਗੇ, ਤਾਂ ਵੈਸ਼ਿਆ ਉੱਥੇ ਚਲੀ ਗਈ, ਪੌੜੀਆਂ ਦੇ ਕੋਲ ਖੜ ਗਈ। ਤਾਂ ਪੌੜੀਆਂ ਕੋਲ ਖੜ ਕੇ ਕਹਿਣ ਲੱਗੀ, ਹਜ਼ੂਰ ਪਹਿਚਾਣਿਆ ਮੈਨੂੰ? ਹੁਣ ਫਕੀਰਾਂ ਨੇ ਉਹਦੀ ਤਰਫ ਦੇਖਿਆ, ਔਰ ਇਸ ਤੋਂ ਪਹਿਲਾਂ ਕਿ ਫਕੀਰ ਕੁਝ ਬੋਲਦੇ, ਤਾਂ ਵੈਸ਼ਿਆ ਪੁੱਛਣ ਲੱਗੀ, ਹਜ਼ੂਰ ਦੱਸੋ ਤੁਹਾਡੀ ਕਮਰ ਦਾ ਦਰਦ ਕਿੱਦਾਂ ਹੈ? ਤੁਹਾਡੀ ਕਮਰ ਹੁਣ ਠੀਕ ਹੈ? ਤੁਹਾਡੀ ਕਮਰ ਦਰਦ ਠੀਕ ਹੈ? ਔਰ ਕੱਲ ਰਾਤੀ ਤੁਹਾਡਾ ਸਿਰ ਵੀ ਬਹੁਤ ਦੁਖ ਰਿਹਾ ਸੀ, ਹੁਣ ਸਿਰ ਦਰਦ ਠੀਕ ਹੈ ਕਿ ਨਹੀਂ? ਜ਼ਰਾ ਗੌਰ ਕਰਨਾ, ਇੱਕ ਵੈਸ਼ਿਆ ਪੁੱਛ ਰਹੀ ਹੈ ਤਾਂ ਲੋਕਾਂ ਦੇ ਮਨ ਚ ਆਇਆ ਹੈ ਵੈਸ਼ਿਆ ਕਿੱਦਾਂ ਪੁੱਛ ਰਹੀ ਹੈ, ਕਿਉਂਕਿ ਉਹਨਾਂ ਦੇ ਕਮਰ ਦਰਦ ਰਹਿੰਦਾ ਸੀ। ਲੋਕ ਭੇਜਣ ਵਾਲੇ ਨੇ ਪਹਿਲਾਂ ਹੀ ਸਿਖਾ ਦਿੱਤਾ ਸੀ ਕਿ ਇਦਾਂ ਪੁੱਛੀ ਜਾ ਕੇ ਜਿੱਦਾਂ ਤੂੰ ਬੜੀ ਪੁਰਾਣੀ ਇਹਨਾਂ ਨੂੰ ਜਾਣਦੀ ਹੁੰਦੀ। ਜ਼ਰਾ ਸਮਝਣਾ। ਕਹਿੰਦੇ ਦਿੱਲੀ ਦੀ ਸਭ ਤੋਂ ਮਸ਼ਹੂਰ ਵੈਸ਼ਿਆ ਪੁੱਛ ਰਹੀ ਹੈ, ਹਜ਼ਰਤ ਤੁਹਾਡਾ ਕਮਰ ਦਰਦ ਹੁਣ ਕਿੱਦਾਂ ਹੈ? ਔਰ ਕੱਲ ਰਾਤੀ ਤੁਹਾਡਾ ਸਿਰ ਵੀ ਦੁਖ ਰਿਹਾ ਸੀ ਜਦੋਂ ਆਏ ਸੀ ਤੁਸੀਂ, ਹੁਣ ਸਿਰ ਦਰਦ ਕਿੱਦਾਂ ਹੈ? ਤਾਂ ਫਕਰ ਜਹਾਂ ਦੇਲਵੀ ਨੇ ਉਹਦੀ ਤਰਫ ਦੇਖਿਆ ਔਰ ਪੌੜੀਆਂ ਤੋਂ ਉਤਰ ਲੱਗੇ। ਤਾਂ ਫਿਰ ਵੈਸ਼ਿਆ ਨੇ ਆਖਰ ਵਿੱਚ ਕਿਹੜਾ ਪੈਂਤਰਾ ਚੱਲਿਆ ਕਿ ਆਪਣੇ ਕੋਲ ਇੱਕ ਥੈਲੀ ਫੜੀ ਹੋਈ ਸੀ, ਔਰ ਉਹ ਥੈਲੀ ਇਦਾਂ ਕਰਕੇ ਕਹਿਣ ਲੱਗੀ ਕਿ ਹਜ਼ਰਤ ਤੁਸੀਂ ਕੱਲ ਰਾਤੀ ਆਏ ਸੀ, ਆ ਜਿਹੜੀ ਮੈਨੂੰ ਪੈਸਿਆਂ ਦੀ ਥੈਲੀ ਦੇ ਗਏ ਸੀ ਇਹ ਸਾਰੇ ਖੋਟੇ ਸਿੱਕੇ ਹੈ, ਤਾਂ ਮੈਂ ਹੁਣ ਇੱਥੇ ਆਈ ਹਾਂ ਕਿ ਇਹ ਖੋਟੇ ਸਿੱਕੇ ਰੱਖੋ ਤਾਂ ਮੈਨੂੰ ਅਸਲੀ ਦਿਓ, ਕਿਉਂਕਿ ਰਾਤੀ ਹਨੇਰੇ 'ਚ ਤੁਸੀਂ ਆ ਖੋਟੇ ਸਿੱਕੇ ਮੈਨੂੰ ਫੜਾ ਗਏ ਸੀ। ਹੁਣ ਜਦੋਂ ਇੰਨੀ ਗੱਲ ਕਹੀ ਤਾਂ ਜਿੰਨੇ ਲੋਕ ਉੱਥੇ ਬੈਠੇ ਸੀ, ਕਿਉਂਕਿ ਸਾਰੇ ਸੇਵਕ ਪੱਕੇ ਤਾਂ ਹੁੰਦੇ ਨਹੀਂ, ਕੁਝ ਕੱਚੇ ਵੀ ਹੁੰਦੇ, ਸਾਰੇ ਸੱਚੇ ਤਾਂ ਹੁੰਦੇ ਨੇ, ਕੋਈ ਝੂਠੇ ਵੀ ਹੁੰਦੇ। ਹੁਣ ਕਈਆਂ ਦੇ ਜਿਹੜੇ ਕੱਚੇ ਜਿਹੇ ਸੀਗੇ ਨਾ, ਉਹਨਾਂ ਦੇ ਮਨ ਚ ਆਉਣ ਲੱਪਿਆ ਹੈ ਇਹ ਤਾਂ ਕਦੀ ਅਸੀਂ ਪੁੱਛਿਆ ਨਹੀਂ, ਸਾਡਾ ਗੁਰੂ ਰਾਤ ਨੂੰ, ਮੁਰਸ਼ਿਦ ਰਾਤ ਨੂੰ ਜਾਂਦਾ ਕਿੱਥੇ ਹੈ? ਰਾਤ ਕਿੱਥੇ ਹੁੰਦਾ ਹੈ? ਰਾਤ ਵੈਸ਼ਿਆ ਦੇ ਕੋਲ ਹੁੰਦਾ ਹੈ, ਕਿਉਂਕਿ ਵੈਸ਼ਿਆ ਕੋਲ ਹੋਏਗਾ ਤਾਂ ਹੀ ਕਹਿੰਦੀ ਆ ਰਾਤੀ ਤੁਸੀਂ ਆਏ ਸੀ ਤਾਂ ਖੋਟੇ ਸਿੱਕੇ ਦੇ ਗਏ, ਆ ਨਵੇਂ ਯਾਨੀ ਅਸਲੀ ਦਿਓ ਮੈਨੂੰ, ਇਹ ਖੋਟੇ ਹਨੇਰੇ 'ਚ ਦੇ ਗਏ ਤੁਸੀਂ ਮੈਨੂੰ। ਜਾਂ ਪੁੱਛ ਰਹੀ ਹੈ ਕਿ ਰਾਤੀ ਤੁਹਾਡੇ ਸਿਰ 'ਚ ਦਰਦ ਹੁੰਦੀ ਸੀ ਜਾਂ ਕਮਰ ਦਰਦ ਕਿੱਦਾਂ? ਕਮਾਲ ਦੀ ਗੱਲ ਹੈ। ਇਦਾਂ ਦੀਆਂ ਗੱਲਾਂ ਤਾਂ ਉਹੀ ਪੁੱਛ ਸਕਦਾ ਜਿਹੜਾ ਬੜਾ ਕਲੋਜ਼ ਹੋਵੇ, ਨੇੜੇ ਹੋਵੇ। ਹੁਣ ਜਿਹੜੇ ਕੱਚੇ ਸੀ ਨਾ, ਉਹਨਾਂ ਦਾ ਵਿਸ਼ਵਾਸ ਟੁੱਟਣ ਲੱਗ ਪਿਆ, ਤਾਂ ਜਿਹੜੇ ਪੱਕੇ ਸੀ ਉਹਨਾਂ ਨੂੰ ਆਪਣੇ ਮੁਰਸ਼ਿਦ ਤੇ ਪੂਰਾ ਯਕੀਨ ਸੀ, ਕਿਉਂਕਿ ਪਤਾ ਹੀ ਉਹ ਭਾਂਡੇ ਦਾ ਉਦੋਂ ਲੱਗਦਾ ਜਦੋਂ ਕੀ ਹੁੰਦਾ ਹੈ, ਠੋਕਿਆ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਇਸ਼ਕ ਤੇਰਾ ਸੋਨਾ, ਅਜਮੈਸ਼ਾਂ ਤੇਰੀਆਂ ਅੱਗ, ਉਹ ਸੱਚਾ ਪਰਖਿਆ ਜਾਂਦਾ ਪਹਿਲਾਂ ਨਾਲ ਅੱਗਾਂ ਦੇ ਲੱਗ। ਕਹਿੰਦੇ ਇਸ਼ਕ ਜੇ ਤੇਰਾ ਸੋਨਾ ਹੈ ਨਾ, ਤਾਂ ਉਹਦੀਆਂ ਅਜਮੈਸ਼ਾਂ ਵੀ ਅੱਗ ਦਾ ਕੰਮ ਕਰਦੀਆਂ ਹੈ, ਤਾਂ ਸੱਚਾ ਵੀ ਉਦੋਂ ਹੀ ਪਰਖਿਆ ਜਾਂਦਾ ਪਹਿਲਾਂ ਨਾਲ ਅੱਗਾਂ ਦੇ ਲੱਗ। ਜਦੋਂ ਸੋਨਾ ਅੱਗ ਦੇ ਨਾਲ ਲੱਗਦਾ ਹੈ ਤਾਂ ਫੇਰ ਹੀ ਪਤਾ ਲੱਗਦਾ ਹੈ ਕਿ ਸੋਨਾ ਖਰਾ ਹੈ ਜਾਂ, ਜਵਾਬ ਦੇ ਦਿਓ। ਸਮਝੇ ਨਾ, ਇਹ ਸਿਰਫ ਮਿਸਾਲ ਦੇ ਰਹੇ। ਹੁਣ ਫਕਰ ਜਹਾਂ ਦੇਲਵੀ ਦੇ ਕੋਲ ਤਾਂ ਕੋਈ ਇਦਾਂ ਦੀ ਮਿਸਾਲ ਵੀ ਹੈ ਨਹੀਂ ਸੀ ਕਿ ਉਹ ਕਹਿ ਸਕਣੇ ਇਹਨੂੰ ਪੁੱਛੋ ਭਾਈ, ਸਮਝਦੇ ਹੋ ਕਿ ਨਹੀਂ? ਪਰ ਇਦਾਂ ਦੀ ਚੀਜ਼ਾਂ ਤੋਂ ਬਚਿਆ ਕਰੋ। ਅੱਛਾ ਪੁੱਛ ਲਈਏ, ਤੁਸੀਂ ਕੱਚੇ ਬੈਠੇ ਹੋ ਪੱਕੇ ਬੈਠੇ ਹੋ? ਕੋਈ ਨਹੀਂ, ਚੈੱਕ ਨਹੀਂ ਕਰਨਾ, ਕਿਉਂਕਿ ਜਵਾਨ ਤੋਂ ਕਹਿਤਾ ਤਾਂ ਫਿਰ ਇਸ ਕਰਕੇ ਚੈੱਕ ਨਹੀਂ ਕਰਨਾ। ਵਾਕਈ ਪੱਕੇ ਹੀ ਹੋ ਤੁਸੀਂ, ਕਰ ਲਿਆ ਯਕੀਨ। ਕਿਉਂਕਿ ਇਸ਼ਕ ਕੀ, ਉਹ ਪਿਆਰ ਕੀ ਜਿੱਥੇ ਅਜਮਾਇਆ ਜਾਵੇ, ਯਕੀਨ ਕੀਤਾ ਜਾਂਦਾ ਪਿਆਰ, ਸਮਝਦੇ ਹੋ ਨਹੀਂ? ਇਸ ਲਈ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ? ਲੈ ਅਸੀਂ ਕਰ ਲਿਆ ਯਕੀਨ, ਵਾਕਈ ਤੁਸੀਂ ਕਰਦੇ ਹੋ, ਤੁਸੀਂ ਬੜੇ ਚੰਗੇ। ਹੁਣ ਤੁਸੀਂ ਵੀ ਕਰ ਲਓ ਯਕੀਨ ਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ। ਪਹਿਲਾਂ ਦੱਸੋ ਤੁਸੀਂ ਯਕੀਨ ਕੀਤਾ ਕਿ ਨਹੀਂ? ਹੁਣ ਫਿਰ ਠੀਕ ਹੈ। ਹੁਣ ਜਿਹੜੇ ਕੱਚੇ ਸੀਗੇ ਨਾ, ਉਹ ਕੱਚੇ ਸੀਗੇ, ਉਹਦਾ ਸੋਚਣ ਲੱਗ ਪਏ ਹੈ, ਕਦੀ ਪੁੱਛਿਆ ਨਹੀਂ। ਅਸੀਂ ਤਾਂ ਆਉਂਦੇ ਆ, ਸਤਸੰਗ ਸੁਣਦੇ ਆ ਫਕੀਰਾਂ ਦਾ, ਦਿਨ ਨੂੰ ਮਿਲਦੇ ਚਲੇ ਜਾਂਦੇ, ਪਰ ਅੱਜ ਪਤਾ ਲੱਗਾ ਰਾਤ ਕਿੱਥੇ ਜਾਂਦੀ ਇਹਨਾਂ ਦੀ ਹੈ, ਵੈਸ਼ਿਆ ਦੇ ਕੋਠੇ ਤੇ ਜਾਂਦੇ ਆ। ਤਾਂ ਹੀ ਤਾਂ ਵੈਸ਼ਿਆ ਨੂੰ ਪਤਾ ਹੈ ਹਜ਼ੂਰ ਰਾਤੀ ਸਿਰ ਦਰਦ ਹੋ ਰਹੀ ਸੀ, ਖੋਟੇ ਸਿੱਕੇ ਦੇ ਗਏ ਹਨੇਰੇ 'ਚ, ਆ ਲੈ ਕੇ ਆਈ ਇਹਨੂੰ ਬਦਲੋ।
ਔਰ ਕਮਰ ਦਰਦ ਕਿੱਦਾਂ? ਤਾਂ ਹੁਣ ਜਿਹੜੇ ਕੱਚੇ ਸੀ ਉਹਦਾ ਵਿਸ਼ਵਾਸ ਡੋਲਣ ਲੱਗ ਗਏ, ਤਾਂ ਜਿਹੜੇ ਪੱਕੇ ਸੀ ਉਹ ਤਾਂ ਸ਼ਾਂਤ ਹੋ ਕੇ ਖੜੇ ਸੀ। ਉਹਨੂੰ ਪਤਾ ਹੈ ਕਿ ਸਾਡਾ ਮੁਰਸ਼ਦ ਕਿਸ ਮੰਜ਼ਿਲ ਦਾ ਮਾਲਕ ਹੈ। ਉਹ ਕਹਿੰਦੇ ਵਹਿਸ਼ੀਆ ਕੀ ਪੂਰੀ ਦੁਨੀਆ ਵੀ ਉੱਠ ਕੇ ਉਹਦੇ ਬਾਰੇ ਬੁਰਾ ਕਵੇ ਨਾ ਤਾਂ ਅਸੀਂ ਯਕੀਨ ਨਹੀਂ ਕਰ ਸਕਦੇ, ਕਿਉਂਕਿ ਪਤਾ ਹੁੰਦਾ ਹੈ ਮੁਰਸ਼ਦ ਦੇ ਇਲਮ ਦਾ। ਹੁਣ ਜਦੋਂ ਵਹਿਸ਼ੀਆ ਨੇ ਇੰਨੀ ਗੱਲ ਕਹੀ, ਥੈਲੀ ਇਦਾਂ ਕੀਤੀ ਕਿ ਹਜ਼ਰਤ ਰਾਤੀ ਖੋਟੇ ਸਿੱਕੇ ਮੈਨੂੰ ਦੇ ਗਏ ਸੀ, ਇਹਨੂੰ ਬਦਲ ਦਿਓ। ਹਜ਼ਰਤ ਫਕਰ ਜਹਾਂ ਦੇਲਵੀ ਆਪਣੇ ਮੈਂਬਰ ਤੋਂ ਉਤਰ ਰਹੇ ਹੈ, ਤਾਂ ਮੈਂਬਰ ਤੋਂ ਉਤਰਿਆ ਉਹਨਾਂ ਨੇ ਕੀ ਕਿਹਾ, ਜਰਾ ਹੁਣ ਗੌਰ ਕਰਨਾ। ਵਹਿਸ਼ੀਆ ਨੂੰ ਦੇਖ ਕੇ ਉਹਨਾਂ ਨੇ ਕੀ ਕਿਹਾ, ਕਹਿੰਦੇ ਬੇਟੀ, ਓ ਮੇਰੀ ਬੇਟੀ। ਐ ਬੇਟੀ, 3 ਵਾਰ ਉਹਨੂੰ ਬੇਟੀ ਕਹਿ ਦਿੱਤਾ, ਔਰ 3 ਵਾਰ ਕਹਿੰਦੇ ਕਹਿੰਦੇ ਥੱਲੇ ਉਤਰੇ ਮੈਂਬਰ ਤੋਂ, ਕਿਉਂਕਿ ਪੌੜੀਆਂ ਤੇ ਉਤਰਦੇ ਕਹਿੰਦੇ ਬੇਟੀ, ਓ ਮੇਰੀ ਬੇਟੀ, ਐ ਮੇਰੀ ਬੇਟੀ, ਲਿਆ ਇਹ ਥੈਲੀ ਮੈਨੂੰ ਦੇ। ਜੇ ਤੇਰੇ ਕੋਲ ਖੋਟੇ ਸਿੱਕੇ ਐ ਤਾਂ ਮੈਂ ਤੈਨੂੰ ਕਹਿੰਦਾ ਤੂੰ ਜਦੋਂ ਮਰਜ਼ੀ ਆ ਕੇ ਖੋਟੇ ਦੇ ਕੇ ਖਰੇ ਲੈ ਜਾ ਕਰ, ਪਰ ਇਦਾਂ ਦੀ ਨੋਟੰਕੀ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਹੈ। ਇਦਾਂ ਦਾ ਨਾਟਕ ਕਰਨ ਦੀ ਤੈਨੂੰ ਜ਼ਰੂਰਤ ਨਹੀਂ ਹੈ। ਤੇ ਕੋ ਖੋਟੇ ਸਿੱਕੇ ਜਿੰਨੇ ਐ ਤੂੰ ਜਦ ਮਰਜ਼ੀ ਆ, ਕਿਉਂਕਿ ਇੱਕ ਫਕੀਰ ਦਾ ਕੰਮ ਹੀ ਹੁੰਦਾ ਖੋਟਿਆਂ ਨੂੰ ਖਰੇ ਬਣਾਉਣਾ। ਇਹ ਥੈਲੀ ਕੀ, ਬੇਟੀ ਤੇਰੇ ਕੋਲ ਜਿੰਨੇ ਖੋਟੇ ਸਿੱਕੇ ਆ ਸਾਰੇ ਲੈ ਕੇ ਆ ਜਾ, ਮੈਂ ਸਾਰਿਆਂ ਨੂੰ ਖਰਾ ਬਣਾ ਦੂੰ। ਕਿਉਂਕਿ ਕਾਮਿਲ ਫਕੀਰ ਕਿਹਾ ਹੀ ਉਹਨੂੰ ਜਾਂਦਾ ਜਿਹਦੀ ਸੰਗਤ 'ਚ ਖੋਟੇ ਆਣ ਤਾਂ ਖਰੇ ਬਣ ਕੇ ਜਾਂਦੇ। ਫਕੀਰ ਦਾ ਮਤਲਬ ਹੀ ਇਹ ਹੈ, ਪਾਰਸ ਦਾ ਮਤਲਬ ਹੀ ਇਹ ਹੈ ਕਿ ਲੋਹਾ ਆਵੇ ਸੋਨਾ ਹੋ ਕੇ ਜਾਵੇ, ਕੋਇਲਾ ਆਵੇ ਤਾਂ ਹੀਰਾ ਹੋ ਜਾਵੇ। ਸਮਝਦੇ ਹੋ ਕਿ ਨਹੀਂ? ਅਸੀਂ ਵੀ ਇਹੀ ਤਾਂ ਚਾਹੁੰਦੇ ਹਾਂ, ਕਿਉਂਕਿ ਤੁਹਾਡੇ ਅੰਦਰ ਹੀਰਾ ਹੈ, ਹੀਰਾ, ਪਰ ਉੱਪਰ ਥੋੜੀ ਕੋਲੇ ਦੀ ਕਾਲੀ ਪਰਤ ਚੜੀ ਹੋਈ ਹੈ। ਬਸ ਅਸੀਂ ਚਾਹੁੰਦੇ ਪਰਤ ਨੂੰ ਤੋੜ ਦਈਏ ਤਾਂ ਕਿ ਤੁਹਾਡੇ ਅੰਦਰਲਾ ਹੀਰਾ ਐਸਾ ਬਾਹਰ ਆਵੇ ਕਿ ਤੁਹਾਡੀ ਕੀਮਤ ਪੂਰੀ ਦੁਨੀਆ ਜਾਣੇ ਕਿ ਵਾਕਈ ਇਹ ਬੰਦਾ ਤਾਂ ਬੜਾ ਕੀਮਤੀ ਹੈ, ਜਿਹਨੂੰ ਅਸੀਂ ਸਮਝਿਆ ਹੀ ਕੁਝ ਨਹੀਂ ਸੀ। ਕਈ ਵਾਰ ਦੁਨੀਆ ਕਹਿੰਦੀ ਹੈ ਨਹੀਂ ਇਹਦੇ ਪੱਲੇ ਕੁਝ, ਇਹ ਤਾਂ ਬੇਕਾਰ ਬੰਦਾ ਹੈ, ਪਰ ਅਸੀਂ ਕਹਿੰਦੇ ਤੁਹਾਡੇ ਪੱਲੇ ਸਭ ਕੁਝ ਹੈ, ਕਿਉਂਕਿ ਜੇ ਤੁਹਾਡੇ ਪੱਲੇ ਤੁਹਾਡਾ ਮਾਲਿਕ ਹੈ ਤਾਂ ਤੁਹਾਡੇ ਤੋਂ ਜ਼ਿਆਦਾ ਅਨਮੋਲ ਕੀਮਤੀ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਆਪਣੇ ਅੰਦਰਲੀਆਂ ਕਮੀਆਂ ਨੂੰ ਨਾ ਦੇਖੋ, ਆਪਣੇ ਅੰਦਰ ਬੈਠੇ ਉਹ ਮਾਲਿਕ ਨੂੰ ਦੇਖੋ, ਪਰਮਾਤਮਾ ਨੂੰ ਦੇਖੋ, ਮਾਲਿਕ ਦੇ ਇਸ਼ਕ ਨੂੰ ਦੇਖੋ, ਮੁਹੱਬਤ ਨੂੰ ਦੇਖੋ ਕਿ ਮੇਰੇ ਪੱਲੇ ਮੇਰਾ ਮਾਲਿਕ ਹੈ, ਉਹਦੀ ਮੁਹੱਬਤ ਮੇਰੇ ਪੱਲੇ ਹੈ। ਤਾਂ ਹੀ ਤਾਂ ਬੰਦਾ, ਸਾਈਂ ਬੁੱਲੇ ਸ਼ਾਹ ਗੱਲ ਬੜੀ ਪਿਆਰੀ ਕਹਿੰਦੇ ਸੀ। ਉਹ ਬੁੱਲੇ ਸ਼ਾਹ ਕਹਿੰਦੇ ਤੁਸੀਂ ਇਹ ਤਾਂ ਸ਼ੁਕਰ ਕਰਦੇ ਹੋ ਕਿ ਸ਼ੁਕਰ ਹੈ ਰੱਬਾ ਰੋਟੀ ਦੇਣ ਵਾਸਤੇ, ਸ਼ੁਕਰ ਹੈ ਰੱਬਾ ਕੱਪੜਾ ਦੇਣ ਵਾਸਤੇ, ਸ਼ੁਕਰ ਹੈ ਰੱਬਾ ਪਤਨੀ ਬੱਚੇ ਪਰਿਵਾਰ ਦੇਣ ਵਾਸਤੇ, ਸ਼ੁਕਰ ਹੈ ਪਰਮਾਤਮਾ ਕੰਮ ਦੇਣ ਵਾਸਤੇ। ਉਹ ਕਹਿੰਦੇ ਕਦੀ ਇਹ ਵੀ ਕਿਹਾ ਕਰੋ ਸ਼ੁਕਰ ਹੈ ਰੱਬਾ ਐਸਾ ਮੁਰਸ਼ਿਦ ਦੇਣ ਵਾਸਤੇ, ਸ਼ੁਕਰ ਹੈ ਐਸਾ ਗੁਰੂ ਦੇਣ ਵਾਸਤੇ। ਕਿਉਂਕਿ ਜੇ ਕਾਮਿਲ ਮੁਰਸ਼ਿਦ ਜੀਵਨ 'ਚ ਹੋਏਗਾ ਤਾਂ ਪਦਾਰਥਾਂ ਨੇ, ਨੌਕਰੀਆਂ ਨੇ, ਰੋਟੀਆਂ ਨੇ ਉਹ ਨਹੀਂ ਦੇ ਦੇਣਾ, ਸਕੂਨ, ਸ਼ਾਂਤੀ, ਖੁਸ਼ੀ ਨਹੀਂ ਦੇ ਦੇਣੀ ਜੋ ਕਾਮਿਲ ਮੁਰਸ਼ਿਦ ਨਾਲ ਜੁੜ ਕੇ ਮਿਲਣਾ ਹੈ। ਕਿਉਂਕਿ ਕਾਮਿਲ ਮੁਰਸ਼ਿਦ ਨਾਲ ਜੁੜ ਕੇ ਤਾਂ ਖੁਦਾ ਮਿਲਦਾ ਹੈ। ਸਮਝਦੇ ਹੋ ਕਿ ਨਹੀਂ? ਰੋਟੀ ਕੀ ਦਿੰਦੀ ਹੈ? ਤੰਦਰੁਸਤੀ ਦੇਗੀ। ਸਮਝਦੇ ਹੋ ਕਿ ਨਹੀਂ? ਪਾਣੀ ਪੀ ਕੇ ਪਿਆਸ ਮਿਟਦੀ ਹੈ ਤਾਂ ਚਲੋ ਸਕੂਨ ਜਿਹਾ ਮਿਲ ਜਾਂਦਾ ਹੈ। ਹੁਣ ਰੋਟੀ ਦਾ ਸ਼ੁਕਰਾਨਾ ਕਰ ਸਕਦੇ ਆ, ਪਾਣੀ ਦੀ ਖਾਤਰ ਸ਼ੁਕਰਾਨਾ ਕਰ ਸਕਦੇ ਆ, ਕੱਪੜੇ ਦੀ ਖਾਤਰ ਸ਼ੁਕਰਾਨਾ ਕਰ ਸਕਦੇ ਜੋ ਸਾਨੂੰ ਸਰਦੀ ਗਰਮੀ ਤੋਂ ਬਚਾਉਂਦਾ ਹੈ। ਤਾਂ ਜਿਹੜੇ ਮੁਰਸ਼ਿਦ ਨਾਲ ਜੁੜ ਕੇ ਆਨੰਦ ਮਿਲਦਾ ਹੈ, ਖੁਸ਼ੀਆਂ ਮਿਲਦੀਆਂ ਹੈ, ਰੱਬ ਮਿਲਦਾ ਹੈ, ਕਦੀ ਉਹਦੇ ਵਾਸਤੇ ਵੀ ਸ਼ੁਕਰ ਕਰ ਲਿਆ ਕਰੋ ਕਿ ਸ਼ੁਕਰ ਹੈ ਰੱਬਾ ਐਸਾ ਮੁਰਸ਼ਿਦ ਮਿਲ ਦਿੱਤਾ ਸਾਨੂੰ, ਐਸੇ ਫਕੀਰ ਨੂੰ ਦੇ ਕਦਮਾਂ ਨਾਲ ਜੁੜਨ ਦਾ ਮੌਕਾ ਮਿਲ ਗਿਆ ਸਾਨੂੰ, ਸ਼ੁਕਰ ਹੈ। ਜ਼ਰਾ ਹੁਣ ਗੌਰ ਕਰਨਾ। ਪਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜਦੋਂ ਮੁਰਸ਼ਿਦ ਦੀ ਗੱਲ ਆਉਂਦੀ ਨਾ, ਕੋਈ ਪੁੱਛੇ ਗੁਰੂ ਵਾਲਾ, ਤਾਂ ਬੰਦਾ ਉੱਥੇ ਟਾਲਣ ਦੀ ਕੋਸ਼ਿਸ਼ ਕਰਦਾ ਕਿ ਪਤਾ ਨਾ ਲੱਗ ਜਾਵੇ ਕਿਸੇ ਨੂੰ। ਬਲਕਿ ਚੰਗੀ ਗੱਲ ਤਾਂ ਪੂਰੇ ਸ਼ਾਨ ਨਾਲ ਕਹਿਣੀ ਚਾਹੀਦੀ ਕਿ ਹਾਂ ਬਈ ਐਸਾ ਸਾਡਾ ਮੁਰਸ਼ਿਦ ਹੈ ਤੇ ਐਸੇ ਮੁਰਸ਼ਿਦ ਦੇ ਅਸੀਂ ਬੱਚੇ, ਪੂਰੇ ਗਰਵ ਨਾਲ ਕਹਿਣਾ ਚਾਹੀਦਾ ਸਾਨੂੰ। ਜਰਾ ਗੌਰ ਕਰਨ ਵਾਲੀ ਗੱਲ ਹੈ। ਕਹਿੰਦੇ ਹੈ ਕਿ ਇੱਕ ਇਨਸਾਨ ਗਵਰਨਰ ਸੀ ਪਰ ਆਪਣੇ ਮੁਰਸ਼ਿਦ ਨਾਲ ਬੜਾ ਪਿਆਰ ਕਰਦਾ ਸੀ, ਆਪਣੇ ਮੁਰਸ਼ਿਦ ਨਾਲ ਬੜੀ ਮੁਹੱਬਤ ਕਰਦਾ ਸੀ। ਇੱਕ ਦਿਨ ਬਾਜ਼ਾਰ 'ਚ ਉਹ ਆਪਣੇ ਜਾ ਰਿਹਾ ਹੈ, ਕਿਉਂਕਿ ਉਸ ਵੇਲੇ ਘੋੜਿਆਂ ਤੇ ਹੁੰਦੇ ਸੀ ਨਾਲ ਸੈਨਿਕ, ਤਾਂ ਜਾ ਰਿਹਾ ਤਾਂ ਅੱਗੇ ਉਹ ਦੇਖਿਆ ਉਹਦਾ ਮੁਰਸ਼ਿਦ ਆ ਰਿਹਾ ਹੈ। ਗਵਰਨਰ ਘੋੜੇ ਤੋਂ ਉਤਰਿਆ, ਜਾ ਕੇ ਮੁਰਸ਼ਿਦ ਦੇ ਕਦਮ ਚੁੰਮਣ ਲੱਗ ਗਿਆ। ਤਾਂ ਉਹਦਾ ਜਿਹੜਾ ਨਾਲ ਅੱਜ ਕੱਲ੍ਹ ਪੀਏ ਕਹਿ ਦਿੰਦੇ ਆ, ਸਲਾਹਕਾਰ ਹੁੰਦੇ ਆ, ਉਹ ਸਲਾਹਕਾਰ ਆਇਆ ਕੰਨ 'ਚ ਕਹਿਣ ਲੱਗਾ। ਉਹ ਕਹਿੰਦਾ ਗਵਰਨਰ ਹੋ ਤੁਸੀਂ, ਪੈਰ ਚੁੰਮਣੇ ਹੋਣ ਤਾਂ ਅੰਦਰ ਚੁੰਮੀ ਦੇ ਪਰਦੇ 'ਚ, ਆ ਦੁਨੀਆ ਦੇ ਸਾਹਮਣੇ ਕੀ ਕਰ ਰਹੇ ਹੋ? ਕੰਨ 'ਚ ਕਿਹਾ ਉਹਨਾਂ। ਹੁਣ ਉਹਨਾਂ ਦਾ ਕੰਨ 'ਚ ਕਿਹਾ ਗਵਰਨਰ ਦੇ,
ਕਿ ਤੁਸੀਂ ਆਪਣੇ ਮੁਰਸ਼ਦ ਦੇ ਪੈਰ ਦੁਨੀਆ ਸਾਹਮਣੇ ਚੁੰਮ ਰਹੇ ਹੋ, ਘੋੜੇ ਤੋਂ ਉਤਰ ਗਏ ਉਹਨਾਂ ਦੇ ਪੈਰ ਚੁੰਮ ਰਹੇ ਹੋ, ਜੁੱਤੀਆਂ ਚੁੰਮ ਰਹੇ ਹੋ, ਚੰਗਾ ਲੱਗਦਾ? ਤੁਸੀਂ ਗਵਰਨਰ ਹੋ, ਕਿੰਨੀ ਉੱਚੀ ਪੋਸਟ ਹੈ ਤੁਹਾਡੀ, ਆ ਦੁਨੀਆ ਦੇਖ ਰਹੀ ਹੈ ਤੁਹਾਨੂੰ। ਹਜ਼ਰਤ ਅਗਰ ਕਦਮ ਚੁੰਮਣੇ ਹੋਣ ਤਾਂ ਪਰਦੇ ਨਾਲ ਅੰਦਰ ਜਾ ਕੇ ਚੁੰਮ ਲਿਆ ਕਰੋ। ਜਿੱਦਾਂ ਬੰਦਾ ਕਹਿੰਦਾ ਕੱਲਾ ਮੁਰਸ਼ਦ ਬੈਠਾ ਉੱਤੇ ਚੁੰਮ ਲਿਆ ਕਰੋ। ਇਹ ਤਾਂ ਸਾਰਿਆਂ ਵਿੱਚ ਗਵਰਨਰ ਇਦਾਂ ਝੁੱਕ ਕੇ ਕਦਮ ਚੁੰਮੇ, ਚੰਗਾ ਨਹੀਂ ਲੱਗਦਾ। ਕਹਿੰਦੇ ਹੁਣ ਉਹਨਾਂ ਤਾਂ ਕੰਚ ਗਈ ਸੀ ਸਲਾਹਕਾਰ ਨੇ, ਤਾਂ ਇਹਨਾਂ ਨੂੰ ਜੋਸ਼ ਆ ਗਿਆ, ਇਹਨਾਂ ਨੇ ਆਪਣੀ ਪਗੜੀ ਲਾਈ। ਉਹ ਕਹਿੰਦੇ ਦੇਖ ਮੈਨੂੰ, ਉਹ ਮੈਂ ਇੱਕ ਮੰਗਤਾ ਸੀ, ਜੇ ਅੱਜ ਮੈਂ ਗਵਰਨਰ ਦੀ ਪਦਵੀ ਤੇ ਬੈਠਾ ਤਾਂ ਇਹਨਾਂ ਜੋੜਿਆਂ ਦੀ ਖਾਕ ਕਰਕੇ ਬੈਠਾ ਆ, ਤਾਂ ਅੱਜ ਤੂੰ ਕਹਿ ਰਿਹਾ ਇਹਨਾਂ ਜੋੜਿਆਂ ਨੂੰ ਚੁੰਮਣਾ ਛੱਡ ਦਿਓ। ਦੁਨੀਆ ਕੀ ਕਹੇਗੀ? ਉਹ ਗਵਰਨਰ ਹੀ ਛੱਡ ਸਕਦਾ ਆ, ਉੱਚੀ ਪਦਵੀ ਛੱਡ ਸਕਦਾ, ਪਰ ਆਪਣੇ ਮੁਰਸ਼ਦ ਦੇ ਕਦਮਾਂ ਨੂੰ ਚੁੰਮਣਾ ਨਹੀਂ ਮੈਂ ਛੱਡ ਸਕਦਾ, ਕਿਉਂਕਿ ਕਦਮ ਚੁੰਮੇ ਸੀ ਗਵਰਨਰ ਬਣ ਗਿਆ। ਜੇ ਚੁੰਮਣੇ ਛੱਡ ਦਿੱਤੇ ਤਾਂ ਸ਼ਾਇਦ ਗਵਰਨਰੀ ਚਲੀ ਜਾਵੇ, ਪਰ ਜੇ ਮੈਂ ਚੁੰਮਦਾ ਰਵਾਂ ਤਾਂ ਸ਼ਾਇਦ ਮੈਨੂੰ ਕੱਲ ਨੂੰ ਬਾਦਸ਼ਾਹੀ ਵੀ ਮਿਲ ਜਾਵੇ। ਇਹ ਹੁੰਦਾ ਆਸ਼ਕਾਂ ਦਾ ਰੁਤਬਾ। ਉਹ ਪਰਵਾਹ ਨਹੀਂ ਕਰਦੇ ਕਿ ਮੈਂ ਕਿਹੜੀ ਪੋਸਟ ਤੇ ਬੈਠਾ ਆ ਜਾਂ ਮੈਂ ਲੱਖਾਂ ਬੰਦਿਆਂ 'ਚ ਖੜਾ ਹਾਂ। ਉਹਨੂੰ ਪਤਾ ਜੋ ਮੁਰਸ਼ਦ ਦੀ ਇੱਜ਼ਤ ਹੈ ਉਹ ਤਾਂ ਇੱਜ਼ਤ ਹੈ, ਜਿੱਥੇ ਮੁਰਸ਼ਦ ਮਿਲੇ ਸਿਰ ਝੁਕਾਣਾ ਫਰਜ਼ ਹੈ। ਸਮਝਦੇ ਹੋ ਕਿ ਨਹੀਂ? ਪਰ ਬੰਦਾ ਕੀ ਕਰਦਾ ਹੈ? ਜਰਾ ਗੌਰ ਕਰਨ ਵਾਲੀ ਗੱਲ ਹੈ। ਬੰਦਾ ਕੀ ਕਰਦਾ ਹੈ? ਬੰਦਾ ਦੁਨੀਆ ਦੀ ਖੁਸ਼ੀਆਂ ਦੇਖਦਾ ਰਹਿ ਜਾਂਦਾ ਹੈ ਔਰ ਭੁੱਲ ਜਾਂਦਾ ਹੈ ਕਿ ਸਾਰੀ ਰਹਿਮਤ ਜਿਹਦੇ ਸਦਕੇ ਹੈ ਨਾ, ਅਗਰ ਮੈਂ ਉਹਨੂੰ ਪਿੱਛੇ ਕਰ ਦਿੱਤਾ ਤਾਂ ਫਿਰ ਰਹਿਮਤਾਂ ਵੀ ਚਲੀਆਂ ਜਾਣਗੀਆਂ। जरा गौर करने वाली गल। इस करके कहते हैं ना इज्जत ना शोहरत बड़ी चीज है, ना हुकूमत ना दौलत बड़ी चीज है, जग जहां में बड़ी चीज भी है कोई, अपने मुर्शद की इज्जत बड़ी चीज है। सब तो बड़ी चीज तो मुर्शद की इज्जत है, क्योंकि रहमतां दे भंडार फेर ही साडे तक पहुंचते हैं। ओदियां रहमतां, ओ खुदा परमात्मा प्रभु दियां रहमतां सतगुर दे जरिए ही साडे जीवन च आंदियां। इसलिए जिन्होंने पता ना मुर्शद का रुतबा तो शान नाल कहते हैं मेरा मुर्शद है और ऐसे मुर्शद का मैं बच्चा हाँ। तो जे मुर्शद का नाम दसन लगे शर्म जी आवे तो फिर मजा नहीं आता, फिर मतलब इश्क पूरा नहीं है, मुहब्बत पूरी नहीं है। समझते हो कि नहीं? बंदे तो होना चाहिए है कि जिदा कोई कहता ना मैं डॉक्टर, मानना कहता है मैं वकील, मैं इंजीनियर, मैं साइंटिस्ट, मैं फलाना, तो तुहानू भी होना चाहिए मैं मुर्शिद वाला, और मेरे तो उच्ची शान किसी की हो ही नहीं सकती। मैं भी गुरु वाला, अपने मालिक वाला है। समझ दो, क्योंकि कहते ना सारी उम्र की यहो कमाई है, जग सारा छड़ यारी सोहने नाल लाई है। कहते हुण सारी जिंदगी की कमाई है दुनिया नूं छड्ड के मैं अपनी यारी, अपना प्यार अपने मुर्शिद नाल पाया है, वो प्रभु नाल पाया, वो मालिक नाल पाया है। और ये कोई छोटी कमाई नहीं है, क्योंकि जिथे सारिया दी कमाइयां इत्थे रह जानियां है, उत्थे जो मैं कमाया वही मेरे नाल चलना है। सब तो बड़ी कमाई है। चेक करो तुसी कीती है कि नहीं ये कमाई, समझना जरा इसलिए इधर फकर जहां देलवी की कहते हैं बेटी बेटी ओ बेटी, जिन्ने भी तेरे को खोटे सिक्के होंगे ना तू लैके आ जा, मैं इन्हों खरे कर दूंगा, पर इदां दे नाटक करन दी तैनू जरूरत नहीं है, क्योंकि फकीर दा दर है। फकीर दे दर ते ही खोटियां नू खरे कीता जांदा है। कह के उहदे सिर ते हथ रख दिता फकीरां ने, बेटी कह के। चौथी बार जदों बेटी किया उहदे सिर ते हथ रखिया, वैश्या दी अखां 'च पानी आ गया, अखां 'च पानी आ गया। और बुलंद आवाज में वैश्या ने कहा फिर उस वेले उस औरत ने कि ऐ दुनिया वालों सुन लो कि पहला तुसी मैनू वैश्या कहंदे सी, नीच गिरी हुई कहंदे सी, पर अज तो याद रखो अज तो मैं वैश्या नहीं हाँ, मैं फकर जहां देलवी दी बेटी हाँ। और हुण ओ मेरा कोठा कोठा नहीं होएगा, ओ मस्जिद होएगी जिथे खुदा दी नमाज पढ़ी जाएगी। क्योंकि जे फकीर ने मैनू बेटी कह दिता तो अज तक मैनू किसी ने बेटी नहीं किया, जिन्हें देखा मैनू गंदियां नजर नाल देखिया सी, किसी ने मैनू भैन नहीं समझिया, बेटी नहीं समझिया, जिसने समझिया एक वैश्या समझिया। समझते हो कि नहीं? जेड़ा मेरे को आया बुरी नजर नाल आया, पर अज जे एडी महान शख्सियत ने, एडे बड़े फकीर ने मेरे सिर ते हाथ रख के मैनू बेटी कह दिता, तो हुण मैं इन्हां दी बेटी होने का फर्ज भी पूरा करके दिखाऊं। अज तो बाद मेरा कोठा बंद और हुण उत्थे मस्जिद बनेगी जिथे रब दी नमाज पढ़ी जाएगी। इतना फकीर बदलते हैं जिंदगी में। उसलिए अब्दुल हसन खरकानी मुस्कुराए, कहते लै बेटी
ਤੂੰ ਤਾਂ ਖੋਟੇ ਸਿੱਕੇ ਬਦਲਣ ਆਏ ਸੀ, ਤੂੰ ਆਪ ਹੀ ਬਦਲ ਗਈ। ਉਹ ਕਹਿੰਦੀ ਇਹੀ ਤਾਂ ਫਕੀਰਾਂ ਦੀ ਸੋਭਤ ਹੈ, ਤੁਸੀਂ ਮੇਰੇ ਵਰਗੀ ਖੋਟੀ ਨੂੰ ਵੀ ਖਰੀ ਕਰ ਦਿੱਤਾ। ਇਸ ਲਈ ਹਜ਼ਰਤ ਅੱਜ ਤੋਂ ਤੁਸੀਂ ਮੇਰੇ ਪਿਤਾ ਹੋ ਤਾਂ ਮੈਂ ਤੁਹਾਡੀ ਬੇਟੀ। ਅਬੁਲ ਹਜ਼ਰਤ ਕਰਖਾਨੀ ਨੇ ਫਿਰ ਸਿਰ ਤੇ ਹੱਥ ਰੱਖਿਆ ਕਿ ਬੇਟਾ ਅਸੀਂ ਤਾਂ ਸਭ ਨੂੰ ਆਪਣਾ ਪਰਿਵਾਰ ਹੀ ਸਮਝਦੇ ਹਾਂ, ਅੱਜ ਤੋਂ ਤੂੰ ਵੀ ਇਹ ਪਰਿਵਾਰ ਦਾ ਹਿੱਸਾ ਹੋ ਗਏ। ਬਦਲ ਗਈ ਉਹਦੀ ਜ਼ਿੰਦਗੀ। ਔਰ ਉਹ ਜਿਹੜੇ ਭੇਜਣ ਵਾਲੇ ਸੀ ਉਹ ਵੀ ਹੈਰਾਨ ਰਹਿ ਗਏ ਕਿ ਭੇਜਿਆ ਵੈਸ਼ੀਆ ਨੂੰ ਸੀ ਤਾਂ ਆਈ ਕੌਣ? ਇੱਕ ਫਕੀਰ ਦੀ ਬੇਟੀ ਬਣ ਕੇ ਉਹਦੀ ਜ਼ਿੰਦਗੀ ਬਦਲ ਗਈ। ਹੁਣ ਕਹਿੰਦੇ ਹੈ ਕਿ ਜਦੋਂ ਇਹ ਹੁਣ ਫਕੀਰ ਦੀ ਬੇਟੀ ਬਣ ਚੁੱਕੀ ਹੈ ਤਾਂ ਜਦੋਂ ਗਈ ਵਾਪਸ ਤਾਂ ਜਿਹੜੇ ਲੋਕਾਂ ਨੇ ਭੇਜਿਆ ਸੀ ਉਹ ਕਹਿੰਦੇ ਇਹ ਕੀ? ਉਹ ਕਹਿੰਦੇ ਤੁਹਾਡਾ ਵੀ ਧੰਨਵਾਦ, ਜੇ ਤੁਸੀਂ ਨਾ ਮੈਨੂੰ ਭੇਜਦੇ ਤਾਂ ਮੇਰੀ ਜ਼ਿੰਦਗੀ ਨਾ ਬਦਲਦੀ। ਔਰ ਵਾਕਈ ਫਿਰ ਉਸ ਦਿਨ ਤੋਂ ਉਹਨੇ ਆਪਣੇ ਉਸ ਕੋਠੇ ਨੂੰ ਮਸਜਿਦ ਬਣਾ ਦਿੱਤਾ, ਜਿੱਥੇ ਰੱਬ ਦਾ ਜ਼ਿਕਰ ਹੁੰਦਾ ਸੀ, ਰੱਬ ਦੀ ਆਵਾਜ਼ ਆਉਂਦੀ ਸੀ, ਯਾਨੀ ਉਹਦੇ ਨਾਮ ਦੀ ਆਵਾਜ਼। ਇਦਾਂ ਬਦਲਦੇ ਆ ਫਕੀਰ ਜ਼ਿੰਦਗੀ। ਤਾਂ ਹੀ ਤਾਂ ਕਿਹਾ ਜਾਂਦਾ, ਕਈ ਕਹਿੰਦੇ ਆ ਜੀ ਉਹ ਸ਼ਰਾਬੀ ਹੈ ਜੀ, ਉਹ ਇਦਾਂ ਜੀ, ਉਹ ਦਰਬਾਰ ਤੇ ਲੈ ਆਈਏ। ਅਸੀਂ ਕਹਿੰਦੇ ਉਹਨੂੰ ਤਾਂ ਲੋੜ ਹੈ, ਲਿਆਓ ਸਮਾ ਕੇ, ਕਿਉਂਕਿ ਆਏਗਾ, ਦਰਸ਼ਨ ਕਰੇਗਾ, ਸਤਸੰਗ 'ਚ ਬੈਠੇਗਾ, ਫੇਰ ਹੀ ਬੁਰਾ ਚੰਗਾ ਬਣੇਗਾ, ਫੇਰ ਹੀ ਖੋਟਾ ਖਰਾ ਬਣੇਗਾ। ਕਿਉਂਕਿ ਕੋਈ ਇਨਸਾਨ ਬੁਰਾ ਨਹੀਂ ਹੁੰਦਾ, ਪਰ ਹਾਂ ਕੁਝ ਬੁਰੀਆਂ ਆਦਤਾਂ ਸਾਨੂੰ ਲੱਗ ਜਾਂਦੀਆਂ ਹੈ। ਪਰ ਜਦੋਂ ਅਸੀਂ ਆਦਤਾਂ ਬਦਲ ਦਿੰਦੇ ਹਾਂ ਤਾਂ ਫਿਰ ਸਾਡੀ ਅੱਛਾਈ ਸਾਹਮਣੇ ਆ ਜਾਂਦੀ। ਹੁਣ ਤੁਸੀਂ ਬੁਰੇ ਹੋ, ਕੁਝ ਆਦਤਾਂ ਬੁਰੀਆਂ ਹੋ ਸਕਦੀਆਂ। ਬੰਦਾ ਕਹਿੰਦਾ ਮੈਨੂੰ ਝੂਠ ਬੋਲਣ ਦੀ ਆਦਤ ਹੈ, ਉਹ ਆਦਤ ਹੈ, ਤੁਸੀਂ ਨਹੀਂ ਹੋ ਬੁਰੇ। ਬੰਦਾ ਕਹਿੰਦਾ ਮੈਨੂੰ ਹੇਰਾਫੇਰੀ ਕਰਨ ਦੀ ਆਦਤ ਹੈ, ਝੂਠ ਬੋਲਣ ਦੀ ਆਦਤ ਹੈ, ਨਿੰਦਿਆ ਕਰਨ ਦੀ ਆਦਤ ਹੈ, ਸ਼ਰਾਬ ਪੀਣ ਦੀ ਆਦਤ ਹੈ, ਉਹ ਆਦਤਾਂ ਹੈ ਤੁਹਾਡੀਆਂ, ਤੁਸੀਂ ਨਹੀਂ ਹੋ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕੱਪੜਾ ਹੈ, ਇਹ ਕੱਪੜਾ ਤੁਸੀਂ ਨਹੀਂ ਹੋ। ਕੱਪੜਾ ਬਦਲ ਜਾਵੇ ਤਾਂ ਤੁਸੀਂ ਤਾਂ ਉਹੀ ਹੋ। ਇਸੇ ਤਰ੍ਹਾਂ ਆਦਤਾਂ ਬਦਲ ਜਾਣ ਤਾਂ ਫਿਰ ਤੁਹਾਡੀ ਜ਼ਿੰਦਗੀ ਵੀ ਬਦਲ ਜਾਂਦੀ ਹੈ। ਸੋ ਫਕੀਰ ਸਾਡੀਆਂ ਆਦਤਾਂ ਬਦਲਦੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਬੰਦਾ ਤਾਂ ਰੱਬ ਦਾ ਰੂਪ ਹੈ, ਇਹਦੇ ਅੰਦਰ ਤਾਂ ਰੱਬ ਦੀਆਂ ਰਹਿਮਤਾਂ ਦੇ ਭੰਡਾਰ ਹੈ। ਬਸ ਬਾਹਰੋਂ ਆਦਤਾਂ ਕੁਝ ਮਾੜੀਆਂ ਹੈ, ਬਸ ਇਹ ਆਦਤਾਂ ਬਦਲ ਗਈਆਂ ਤੇ ਇਹਦੇ ਅੰਦਰਲੀ ਅੱਛਾਈ, ਇਹਦੇ ਅੰਦਰਲਾ ਗੁਣ ਆਪੇ ਬਾਹਰ ਆ ਜਾਏਗਾ। ਹੁਣ ਵੈਸ਼ੀਆ ਦੀ ਆਦਤ ਹੀ ਬਦਲੀ ਉਹਨਾਂ ਨੇ, ਉਹਦੀ ਮਨ ਦੀ ਸੋਚ ਬਦਲੀ। ਜਿੱਥੇ ਉਹ ਵੈਸ਼ੀਆ ਸਮਝਦੀ ਸੀ, ਜਦੋਂ ਤੱਕ ਵੈਸ਼ੀਆ ਸਮਝਦੀ ਸੀ ਉਹਨੇ ਉਹ ਕਰਮ ਕਰਨੇ ਸੀ, ਪਰ ਹੁਣ ਉਹਨਾਂ ਸਮਝ ਲਿਆ ਆਪਣੇ ਆਪ ਨੂੰ ਫਕੀਰ ਦੀ ਬੇਟੀ। ਤਾਂ ਹੁਣ ਉਹਨੂੰ ਹੀ ਪਤਾ ਜੇ ਫਕੀਰ ਦੀ ਬੇਟੀ ਹੈ ਤਾਂ ਕੰਮ ਵੀ ਮੈਂ ਹੁਣ ਉਹ ਬੇਟੀ ਵਾਲੇ ਕਰਨੇ, ਕਿਉਂਕਿ ਫਕੀਰਾਂ ਦੇ ਘਰ 'ਚ ਤਾਂ ਫਿਰ ਰੱਬ ਦੇ ਨਾਂ ਦੀ ਆਵਾਜ਼ ਆਉਂਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਤੁਸੀਂ ਵੀ ਇਹ ਨਾ ਮੰਨੋ ਮੈਂ ਬੁਰਾ, ਮੈਂ ਸ਼ਰਾਬੀ, ਮੈਂ ਦੁਖੀ, ਮੈਂ ਕਮਜ਼ੋਰ, ਮੈਂ ਲਾਚਾਰ। ਨਹੀਂ, ਤੁਸੀਂ ਕੀ ਮੰਨਣਾ ਹੈ? ਮੈਂ ਆਪਣੇ ਮਾਲਿਕ ਦਾ ਬੱਚਾ ਆ, ਮੈਂ ਆਪਣੇ ਮਾਲਿਕ ਦਾ ਬੱਚਾ ਆ। ਮੈਂ ਕਮਜ਼ੋਰ ਕਿੱਦਾਂ ਹੋ ਸਕਦਾ ਆ? ਜੇ ਮੇਰਾ ਬਾਪ ਸ਼ਕਤੀਸ਼ਾਲੀ ਹੈ ਜਿਸਨੇ ਮੈਨੂੰ ਜਨਮ ਦਿੱਤਾ ਹੈ, ਤਾਂ ਮੈਂ ਕਮਜ਼ੋਰ ਕਿੱਦਾਂ ਹੋ ਸਕਦਾ ਹਾਂ? ਮੈਂ ਵੀ ਇੱਕ ਸ਼ਕਤੀਸ਼ਾਲੀ ਆਤਮਾ, ਮੈਂ ਇੱਕ ਸ਼ਕਤੀਸ਼ਾਲੀ ਇਸ ਲਈ ਯਾਦ ਰੱਖਣੀ ਹੈ ਚੀਜ਼। ਰੱਖ ਲੈ ਕਿ ਨਹੀਂ ਯਾਦ? इसलिए अपने अंदर प्यार रखना है, विश्वास रखना है, यकीन रखना है, हौसला रखना है कि हर पल मेरा मालिक मेरे नाल है। छोट मोटियां चीज़ां नूं तां इदां समझो जिद्दां मच्छर बैठा, परवाह करदे हो तुसीं, वो कदों बैठा कदों उड़ गया पता ही नहीं। कोई कहे वो भाई फलाने ने इदां करता, वो जाए मच्छर, इहदा की फिक्र करनी है? समझदे हो कि नहीं? मच्छर समझो ये वहमां भरमां नूं, आ जो भी कह दे उन्हें इदां कर दित्ता, चल मच्छरां तो नहीं डरदे असीं। पर जिहड़ा शेर हो के अपने रब ते यकीन जिदा करता है ना, वो शेर है। फिर वो शेर कभी कुत्तियां की फिक्र, कुत्तियां बिल्लियां की फिक्र नहीं करता। तो अपने मालिक दे नाल अपने जिगरे नूं इन्ना बुलंद करो कि तुहाडे अंदरों सारा डर ही निकल जाए और मालिक का विश्वास होवे कि मेरा मालिक हर जगह मेरे, मेरा मालिक हर जगह मेरे, मेरा मालिक हर जगह मेरे। इसलिए अज तो ये गल अपने दिल च बसा लैनी। सो समझाने तो बहुत कुछ है पर टाइम काफ़ी हो गया है। हुण याद रखना है कि 11वीं रोज़ कितनी तरीक दी है? कितनी दी है? दिन की है? डरना नहीं है। वो संडे आ गया है, घरों निकलांगे इतना होगा नहीं, पहुँच जाना है। और फिक्र ना करो, लियान का इंतजाम आप ही मालका ने कर लेना। उसका नाम लैके निकल गए तो आप ही लिया। चलो समझते हो कि इस करके बस तुहाडे अंदर शौक होना चाहिए कि मालका के दर ते मैं 11वीं वाले दिन पहुँचना है। बस तुर पाओ तुसीं अपने मालिक के विश्वास ना, तो सही सलामत लिया भी। नाले माड़ी मोटी प्रॉब्लम जो आशकों के रस्ते आ भी जाती है तो जो डर जाए तो फिर इश्का का सोनी के रस्ते कितनी बड़ी प्रॉब्लम सी,
ਘੜਾ ਕੱਚਾ, ਸਾਹਮਣੇ ਚਨਾਬ, ਪਰ ਫਿਰ ਵੀ ਇਸ਼ਕ ਇੰਨਾ ਸੀ ਕਿ ਉਹਨਾਂ ਪੈਰ ਪਿੱਛੇ ਨਹੀਂ ਧਰਿਆ। ਉਹ ਕਹਿੰਦੀ ਮਰਨਾ ਮਨਜ਼ੂਰ ਹੈ, ਡੁੱਬਣਾ ਮਨਜ਼ੂਰ ਹੈ, ਪਰ ਪਿੱਛੇ ਜਾਣਾ ਆਸ਼ਕਾਂ ਨੂੰ ਮਨਜ਼ੂਰ ਨਹੀਂ ਹੁੰਦਾ। ਮਰ ਗਈ ਬੇਸ਼ੱਕ, ਜਾਨ ਦੇ ਦਿੱਤੀ, ਪਰ ਪੈਰ ਪਿੱਛੇ ਨਹੀਂ ਕੀਤਾ। ਇਹਨੂੰ ਕਹਿੰਦੇ ਸੱਚਾ ਇਸ਼ਕ, ਕਿ ਉਹਦੇ ਮਾਰਗ ਤੇ ਚੱਲਦਿਆਂ ਜਾਨ ਵੀ ਜਾਂਦੀ ਹੈ, ਚਲੀ ਜਾਵੇ, ਡਰਨਾ ਕੀ। ਤਾਂ ਜੇ ਸੋਹਣੀ ਮਹਿਵਾਲ ਦੇ ਇਸ਼ਕ 'ਚ ਕਰ ਸਕਦੀ ਤਾਂ ਅਸੀਂ ਆਪਣੇ ਮਾਲਕ ਦੇ ਇਸ਼ਕ 'ਚ ਨਹੀਂ ਕਰ ਸਕਦੇ। ਕਿਉਂਕਿ ਬੰਦਾ ਕਹੇ ਉਹ ਮਜਾਜੀ ਇਸ਼ਕ ਸੀ, ਇਹ ਹਕੀਕੀ ਇਸ਼ਕ ਹੈ। ਕਿਉਂਕਿ ਜੋ ਰੂਹ ਦਾ ਆਪਣੇ ਪ੍ਰਭੂ ਨਾਲ ਹੁੰਦਾ ਹੈ ਉਹ ਹਕੀਕੀ ਇਸ਼ਕ ਹੁੰਦਾ ਹੈ। ਇਸ ਲਈ 23 ਤਰੀਕ ਨੂੰ ਪਹੁੰਚ ਜਾਣਾ ਹੈ, ਤਾਂ ਕਿ ਜਿੱਦਾਂ ਅੱਜ ਆਨੰਦ ਲਿਆ ਇਸੇ ਤਰ੍ਹਾਂ, ਕਿਉਂਕਿ ਸਮਝਾਉਣ ਨੂੰ ਤਾਂ ਹਾਲੇ ਬਹੁਤ ਕਈ ਸਾਖੀਆਂ, ਕਈ ਚੀਜ਼ਾਂ ਅੰਦਰੋਂ ਜਿੱਦਾਂ ਨਾ ਉਵਾਲੇ ਮਾਰ ਰਹੀਆਂ ਹੈ, ਪਰ ਜਦੋਂ ਟਾਈਮ ਦੇਖਿਆ ਹੈ ਹੁਣ ਬਸ ਕਰੀਏ ਨਾ। ਨਹੀਂ ਤਾਂ ਤੁਸੀਂ ਬੈਠੇ ਰਹੋ ਤਾਂ 24 ਘੰਟੇ ਚਲੀ ਜਾਵੇ, ਇੱਥੇ ਕਮੀ ਨਹੀਂ ਹੈ ਕੋਈ। ਇਹ ਭੰਡਾਰ ਤਾਂ ਭਰਪੂਰ ਹੈ, ਸਮਝਦੇ ਹੋ ਕਿ ਨਹੀਂ? ਕਿਉਂਕਿ ਇਹ ਭੰਡਾਰ ਕਿੱਥੋਂ ਆ ਰਿਹਾ ਹੈ? ਇਹ ਸਿੱਧਾ ਧੁਰ ਤੋਂ ਆ ਰਿਹਾ ਹੈ, ਸਮਝਦੇ ਹੋ ਕਿ ਨਹੀਂ? ਇਹ ਉਹਦੀ ਆਵਾਜ਼, ਕਿਉਂਕਿ ਜਦੋਂ ਤਾਰ ਉੱਧਰ ਜੁੜ ਜਾਂਦੀ ਹੈ ਨਾ, ਤਾਂ ਫਿਰ ਇਹ ਗਿਆਨ ਦਾ ਕੋਈ ਅੰਤ ਨਹੀਂ ਹੈ, ਉਹਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈ। ਕਿਉਂਕਿ ਜੇ ਵੱਡ ਆਪ ਤੇ ਵੱਡ ਤੇਰੀ। ਇਸ ਲਈ ਬਸ ਇੱਕੋ ਹੀ ਗੱਲ ਕਵਾਂਗੇ, ਅੱਜ ਤੋਂ ਸਾਰੇ ਡਰ, ਸਾਰੀਆਂ ਚਿੰਤਾਵਾਂ ਛੱਡੋ। ਔਰ ਜਿੱਦਾਂ ਦੱਸਿਆ ਕਿ ਕੋਈ ਤਕਲੀਫ ਹੈ, ਦੁੱਖ ਹੈ, ਤਾਂ ਰਾਤ ਨੂੰ ਬੈਠ ਕੇ 10 ਮਿੰਟ ਵਾਸਤੇ ਚੌਂਕੜੀ ਮਾਰ ਕੇ ਬਹਿ ਜਾਓ, ਬਿਲਕੁਲ ਸਰੀਰ ਨੂੰ ਰਿਲੈਕਸ ਕਰਕੇ, ਕੋਈ ਤਣਾਅ ਨਹੀਂ ਰੱਖਣਾ, ਬਿਲਕੁਲ ਢਿੱਲਾ ਸਰੀਰ ਨੂੰ ਛੱਡ ਕੇ, ਯਾਨੀ ਬੈਠ ਜਾਓ। ਪਹਿਲਾਂ ਮਹਿਸੂਸ ਕਰੋ ਮੇਰਾ ਪੂਰਾ ਸਰੀਰ ਸ਼ਾਂਤ ਹੈ, ਰਿਲੈਕਸ, ਜਿਹਦਾ ਬਿਲਕੁਲ ਰਿਲੈਕਸ ਕਰ ਦਿਓ, ਢਿੱਲਾ, ਕੋਈ ਕਿਸੇ ਅੰਗ ਅੰਦਰ ਕੋਈ ਤਣਾਅ ਨਾ ਹੋਵੇ। ਜਦੋਂ ਲੱਗੇ ਕਿ ਹੁਣ ਪੂਰਾ ਸਰੀਰ ਰਿਲੈਕਸ ਹੋ ਗਿਆ, ਫਿਰ ਸਵਾਸ ਭਰੋ, 4-5 ਸੈਕਿੰਡ ਰੋਕੋ, ਔਰ ਫਿਰ ਸਾਹ ਛੱਡਦੇ ਹੋ ਹੋਏ ਕਹੋ ਕਿ ਮਾਲਕ ਦੀ ਰਹਿਮਤ ਨਾਲ ਮੈਂ ਠੀਕ ਹਾਂ, ਮਾਲਕ ਦੀ ਰਹਿਮਤ ਨਾਲ ਮੈਂ, ਮਾਲਕ ਦੀ ਰਹਿਮਤ ਨਾਲ ਮੈਂ। ਤੁਸੀਂ ਮੈਂ ਪਾਉਂਗੇ ਕਿ ਹਫ਼ਤੇ 10 ਦਿਨਾਂ 'ਚ ਹੀ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗਾ ਕਿ ਮੈਂ ਹੁਣ ਠੀਕ ਹੁੰਦਾ ਜਾ ਰਿਹਾ, ਕਿਉਂਕਿ ਉਹਦੀ ਰਹਿਮਤ ਹਰ ਜਗ੍ਹਾ ਤੁਹਾਡੇ ਨਾਲ ਹੈ। ਬਸ ਉਹਨੂੰ ਬੁਲਾਉਣਾ ਪੈਂਦਾ ਹੈ, ਧਿਆਨ ਉੱਧਰ ਦੇਣਾ ਪੈਂਦਾ ਹੈ, ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਇੱਥੇ ਹੀ ਬੈਠੇ ਹਾਂ, ਜੇ ਤੁਸੀਂ ਧਿਆਨ ਉੱਧਰ ਨੂੰ ਕਰ ਲਓ ਤੁਹਾਨੂੰ ਦਿਸਾਂਗੇ। ਅਸੀਂ ਕਿਤੇ ਚਲੇ ਨਹੀਂ ਗਏ, ਅਸੀਂ ਉੱਥੇ ਹੀ ਹਾਂ, ਬਸ ਧਿਆਨ ਸਾਡੇ ਵੱਲ ਲਿਆਉਣ ਦੀ ਲੋੜ ਹੈ। ਇਸੇ ਤਰ੍ਹਾਂ ਮਾਲਕ ਦੀ ਰਹਿਮਤ ਤਾਂ ਹਰ ਜਗ੍ਹਾ ਹੀ ਹੈ, ਬਸ ਧਿਆਨ ਆਪਣੇ ਮਾਲਿਕ ਵੱਲ ਦੇਣ ਦੀ ਲੋੜ ਹੈ। ਤਾਂ ਹੀ ਤਾਂ ਸਾਨੂੰ ਬਾਰ-ਬਾਰ ਕਹਿਣਾ ਪੈਂਦਾ ਕਿ ਆਪਣੇ ਅੰਦਰ ਵਿਸ਼ਵਾਸ ਰੱਖੋ ਕਿ ਮੇਰਾ ਮਾਲਿਕ ਮੇਰੇ, ਕਿਉਂਕਿ ਇੱਧਰ ਧਿਆਨ ਦੇਵਾਂਗੇ ਤਾਂ ਫਿਰ ਅੰਦਰੋਂ ਡਰ ਨਿਕਲ ਜਾਂਦੇ, ਫਿਰ ਪਤਾ ਲੱਗਦਾ ਮੇਰਾ ਮਾਲਿਕ ਹਰ ਜਗ੍ਹਾ, ਮੇਰਾ ਮਾਲਿਕ ਮੇਰੇ ਨਾਲ ਹੈ। ਤਾਂ ਯਕੀਨ ਰੱਖਣਾ ਹੈ, ਤਾਂ ਕਿ ਪਤਾ ਲੱਗੇ ਕਿ ਮੈਂ ਖੋਟਾ ਗਿਆ ਸੀ ਤਾਂ ਖਰਾ ਹੋ ਕੇ ਆਇਆ, ਕੋਇਲਾ ਗਿਆ ਸੀ ਤਾਂ ਹੀਰਾ ਬਣ ਕੇ ਆਇਆ, ਸਮਝਦੇ ਹੋ ਕਿ ਨਹੀਂ? ਲੋਹਾ ਗਿਆ ਸੀ ਤਾਂ ਸੋਨਾ ਬਣ ਕੇ ਆਇਆ, ਸਮਝਦੇ ਹੋ ਕਿ ਨਹੀਂ? ਇਸ ਲਈ ਯਕੀਨ ਰੱਖੋ ਕਿ ਇਹ ਮਾਲਿਕ ਦੀ ਉਹ ਰਹਿਮਤ ਦਾ ਦਰ ਹੈ ਕਿ ਜਿੱਥੇ ਕੋਈ ਪਹੁੰਚ ਜਾਂਦਾ ਹੈ ਤਾਂ ਫਿਰ ਉਹਦੀ ਜ਼ਿੰਦਗੀ ਜ਼ਰੂਰ ਬਦਲਦੀ ਹੈ, ਫਿਰ ਉਹਦੇ ਜੀਵਨ 'ਚ ਬਦਲਾਵ ਜ਼ਰੂਰ ਆਉਂਦੇ ਹੈ, ਫਿਰ ਉਹਦੇ ਜੀਵਨ 'ਚ ਖੁਸ਼ੀਆਂ ਵੀ ਜ਼ਰੂਰ ਆਉਂਦੀਆਂ ਹੈ। ਇਸ ਲਈ ਮਹਿਸੂਸ ਕਰੋ ਕਿ ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ ਬਸ ਭਰ ਗਈ। ਫਿਰ ਸਮਝਦੇ ਹੋ ਕਿ ਨਹੀਂ? ਜਦੋਂ ਯਾਦ ਕਰ ਲਿਆ ਵਿਸ਼ਵਾਸ ਨਾਲ ਤਾਂ ਫਿਰ ਭਰ ਜਾਂਦੀ ਹੈ, ਫਿਰ ਕਮੀ ਨਹੀਂ ਕੋਈ ਵੀ ਜੀਵਨ ਚ ਆਉਂਦੀ, ਸਮਝਦੇ ਹੋ? ਇਸ ਲਈ ਹੁਣ ਆਖਰਲੇ ਵਚਨਾਂ 'ਚ ਇੱਕੋ ਹੀ ਗੱਲ ਕਵਾਂਗੇ ਕਿ ਕਹਿ ਦਿਓ ਮੈਨੂੰ ਆਪਣੇ ਮਾਲਿਕ ਦੇ ਪੂਰਾ, ਮੈਨੂੰ ਆਪਣੇ ਮਾਲਿਕ ਦੇ ਪੂਰਾ, ਮੈਨੂੰ ਆਪਣੇ ਮਾਲਿਕ ਦੇ ਪੂਰਾ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਅਸੀਂ ਯਕੀਨ ਰੱਖਣਾ ਤਾਂ ਅੱਜ ਤੋਂ ਫਿਰ ਤੁਸੀਂ ਦੇਖੋਗੇ ਵਾਕਈ ਹਰ ਕਦਮ ਤੇ ਮਾਲਿਕ ਤੁਹਾਡੇ ਨਾਲ ਹੈ। ਔਰ ਹੁਣ ਅੰਤਿਮ ਬਚਨਾਂ 'ਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਅੱਜ ਖੁਸ਼ੀਆਂ ਦੇ ਦਿਨ ਤੇ ਤੁਸੀਂ ਮਾਲਕ ਦੇ ਚਰਨਾਂ 'ਚ ਪਹੁੰਚੇ ਹੋ, ਜ਼ਰਾ ਖੁਸ਼ ਹੋਵੋ ਥੋੜਾ ਜਿਹਾ। ਆ ਜਿੱਦਾਂ ਤੁਸੀਂ ਇਸ ਵੇਲੇ ਹੱਸ ਰਹੇ ਹੋ ਨਾ, ਮਾਲਕ ਇੰਨੀ ਰਹਿਮਤ ਕਰਨ ਕਿ ਇਹ ਮੁਸਕਰਾਹਟ ਤੁਹਾਡੇ ਜੀਵਨ 'ਚ ਸਦਾ ਬਣੀ ਰਹੇ, ਇੱਦਾਂ ਹੀ ਹੱਸਦੇ ਮੁਸਕਰਾਉਂਦੇ ਰਹੋ, ਇੱਦਾਂ ਹੀ ਤੁਹਾਡੇ ਜੀਵਨ 'ਚ ਖੁਸ਼ੀਆਂ ਖੇੜੇ ਸਦਾ ਹੀ ਰਹਿਣ। ਜਦ ਵੀ ਆਓ ਸਾਡੇ ਕੋਲ ਹੱਸਦੇ ਮੁਸਕਰਾਉਂਦੇ ਨੱਚਦੇ ਹੀ ਆਓ ਤੁਸੀਂ, ਕਿਉਂਕਿ ਨਾਚ ਖੁਸ਼ੀ 'ਚ ਹੀ ਹੁੰਦਾ, ਦੁੱਖਾਂ 'ਚ ਨਹੀਂ ਹੁੰਦਾ, ਹੁੰਦਾ ਕਿ ਨਹੀਂ? ਕੋਈ ਦੁੱਖ 'ਚ ਨੱਚਦਾ ਦੇਖਿਆ? ਜਦ ਵੀ ਨਾਚ ਹੁੰਦਾ ਖੁਸ਼ੀ 'ਚ ਹੁੰਦਾ ਹੈ। ਇਸ ਲਈ ਮਾਲਕ ਇੱਦਾਂ ਦੀ ਰਹਿਮਤ ਕਰਨ ਕਿ ਹਰ ਵੇਲੇ ਤੁਸੀਂ ਹੱਸਦੇ ਮੁਸਕਰਾਉਂਦੇ ਖੁਸ਼ੀ ਦੇ ਨਾਲ ਆਓ, ਔਰ ਮਾਲਕ ਦੇ ਇਸ਼ਕ ਦੀ ਉਹ ਖੁਮਾਰੀ ਇਹ ਤੁਹਾਡੇ ਤੇ ਚੜ੍ਹਦੀ ਚਲੀ ਜਾਵੇ, ਔਰ ਮਾਲਕ ਦੀਆਂ ਰਹਿਮਤਾਂ ਦਾ ਆਨੰਦ ਸਦਾ ਹੀ ਤੁਸੀਂ ਮਾਣਦੇ ਹੋ। ਔਰ ਜਿੰਨੀਆਂ ਵੀ ਤੁਹਾਡੇ ਅੰਦਰ ਕਮੀਆਂ ਹੈ, ਜਿੰਨੀਆਂ ਵੀ ਤੁਹਾਡੇ ਅੰਦਰ ਬੁਰਾਈਆਂ ਹੈ, ਉਹ ਕਮੀਆਂ, ਉਹ ਬੁਰਾਈਆਂ ਜਿਸ ਨੇ ਤੁਹਾਨੂੰ ਮਾਲਕ ਦੀ ਰਹਿਮਤ ਤੋਂ ਦੂਰ ਕੀਤਾ ਹੈ,
ਉਹ ਮਾਲਕ ਇੰਨੀ ਰਹਿਮਤ ਕਰਨਗੇ, ਤੁਹਾਡੀਆਂ ਉਹ ਕਮੀਆਂ, ਤੁਹਾਡੀਆਂ ਬੁਰਾਈਆਂ ਤੁਹਾਡੇ ਜੀਵਨ ਚੋਂ ਦੂਰ ਹੋ ਜਾਣ, ਤਾਂ ਕਿ ਤੁਸੀਂ ਮਾਲਕ ਦੀਆਂ ਰਹਿਮਤਾਂ ਦੇ ਨੇੜੇ ਹੋ ਸਕੋ। ਔਰ ਮਾਲਕ ਤੁਹਾਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਕਿਉਂਕਿ ਬਹੁਤ ਜੀਵ ਐਸੇ ਜਿਹੜੇ ਹਾਲੇ ਤੱਕ ਨਾਮ ਨਾਲ ਹੀ ਨਹੀਂ ਜੁੜੇ, ਜਿਹੜੇ ਹਾਲੇ ਤੱਕ ਮੁਰਸ਼ਦ ਨਾਲ ਹੀ ਨਹੀਂ ਜੁੜੇ। ਔਰ ਜਿੱਦਾਂ ਦੱਸਿਆ, ਬਿਨਾਂ ਮੁਰਸ਼ਦ ਤੋਂ ਜ਼ਿੰਦਗੀ, ਜਿੱਦਾਂ ਦੱਸੀ ਨਾ ਲਾਈਨ ਕਿ ਆਪ ਹੋ तो सुकून है साहिब, वरना जे महफिल ना किसी काम की। जे मुर्शद है तो फिर ही जिंदगी जिंदगी है। इसलिए जिन्हां दे जीवन च गुरु नहीं है, मुर्शद नहीं है, मालिक उन्होंने सोझी देवे कि जल्दी शब्द की दात लैके मुर्शद वाले बनो, कामिल मुर्शद नाल जुड़ के अपने जीवन को सफल बना। मालिक तुहानूं नाम नाल जुड़न की ताकत देवे, नाम जपण की ताकत देवे, सेवा सिमरन करन दा मालिक तुहानूं बल बख्शे। और आने वाला समा तुहाडे सब दे वास्ते खुशियां, रहमतां, बरकतां, कामयाबी, सफलता नाल भरिया हो जाए। और अज जिन्ने भी जीव उस मालिक के चरणों च अपनी हाज़री लगा रहे हैं, मालिक तुहाडी सब की हाज़री को अपने चरणों च कबूल करन। और बहुत जीव है जिहड़े अज उस मालिक के नाम दी न्याज़ां भी लैके आए हैं। जे कोई अपनी तकलीफ दुख की न्याज़ लैके आया है तो मालिक वो तकलीफ दुख की न्याज़ को कबूल करन, और वो जीव की वो कामना वो भावना पूरी करन, जिहड़ी भावना की खातर, कामना की खातर वो जीव न्याज़ दे रहा है। तो जिहड़ा जीव अज खुशी की न्याज़ लैके आया, खुशियां के दिन से मालिक वो जीव की खुशी की न्याज़ को कबूल करन, और वो जीव की झोली च इन्नियां खुशियां पा देन कि कभी उन्होंने दुखों की फरियाद करने की लोड़ ही ना पवे। और जिहड़े जीव दरबार के कामकार च अपनी किरत कमाई चो सहयोग देने वाले हैं, मालिक उन्हों की सेवा भी कबूल करन, और उन्होंने कामकार च भी इन्नी बरकत देन, कमाई च इन्ना वाधा पान कि उन्होंने कभी किसी को मंगना ना पवे, बल्कि मालिक दिन दुगनी रात चौगनी तरक्की देवे, उन्होंने रिस्क च मालिक बरकत देन। और आने वाला समा सब दे वास्ते खुशियां, कामयाबी, सफलता भरिया होवे। यही साडी उस मालिक के चरणों च अरदास बेनती है। और हुण अंत विच तुहाडे सब दे अंदर वास्ते उस मालिक नूं असीं प्रणाम करदे हां। साडा प्रणाम स्वीकार करो। जय मालिका दी। सब्सक्राइब कीजिए सर्व संध्या दरबार कांटियाँ शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।